तू ही 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 ਵਾਹਿਗੁਰੂ ਵਾਹਿਗੁਰੂ। ਸ਼ੇਰੇ ਪੰਜਾਬ ਕੰਪਲੈਕਸ ਸਟੂਡੀਓ ਵਿੱਚ ਅਸੀਂ ਅੱਜ ਆਪ ਜੀ ਵਾਸਤੇ ਤੂੰ ਹੀ ਤੂੰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਔਰ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਵਿਚਾਰ ਕਰਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਘਰ ਦੇ ਅੰਦਰ ਮੈਕਸਿਮਮ ਸਤਿਕਾਰ ਅਸੀਂ ਕਿੱਦਾਂ ਕੁ ਰੱਖ ਸਕਦੇ ਹਾਂ ਅਤੇ ਕੁਛ ਅੱਜ ਕੱਲ੍ਹ ਕੁਛ ਰੀਤੀਆਂ ਐਸੀਆਂ ਆ ਰਹੀਆਂ ਹਨ ਜਾਂ ਕੁਝ ਸੰਸਥਾਵਾਂ ਐਸਾ ਵੀ ਕਰ ਰਹੀਆਂ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਪੋਥੀਆਂ ਦਾ ਜਾਂ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਕਰਕੇ ਉਹੀ ਚੌਰ ਸਾਹਿਬ ਜੋ ਗੁਰੂ ਗ੍ਰੰਥ ਸਾਹਿਬ ਜੀ 'ਤੇ ਚਲਾਇਆ ਜਾਂਦਾ ਉਹਦੇ ਨਾਲ ਹੀ ਇੱਕ ਹੋਰ ਚੌਰ ਸਾਹਿਬ ਉੱਥੇ ਵੀ ਚਲਾਇਆ ਜਾਂਦਾ ਜਾਂ ਉਹੀ ਚੰਦੋਏ ਦੇ ਵਿੱਚ ਇਹ ਕੀਤਾ ਜਾਂਦਾ। ਕਿਆ ਗੁਰਮਤ ਜਿਹੜੀ ਹੈ ਇਸ ਚੀਜ਼ ਦੀ ਇਜਾਜ਼ਤ ਦਿੰਦੀ ਆ ਜਾਂ ਨਹੀਂ ਦਿੰਦੀ, ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੇ ਅਨੁਸਾਰ ਜਾਂ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਅਨੁਸਾਰ ਕਿਆ ਇਹਦੇ ਵਿੱਚ ਕਿੰਨੇ ਹੱਦ ਤੱਕ ਤਬਦੀਲੀ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ, ਜਾਂ ਕਿਹੜੀ ਚੀਜ਼ ਠੀਕ ਆ ਜਾਂ ਕਿਹੜੀ ਚੀਜ਼ ਠੀਕ ਨਹੀਂ, ਕਿਉਂਕਿ ਸਾਨੂੰ ਉਹਦੀ ਗੁਰਮਤ ਅਨੁਸਾਰ ਉਹਨੀ ਪੂਰੀ ਸੋਝੀ ਨਹੀਂ। ਸਾਡੇ ਨਾਲ ਭਾਈ ਸਾਹਿਬ ਆਏ ਹਨ ਇੰਗਲੈਂਡ ਤੋਂ ਅਤੇ ਇਹਨਾਂ ਨੇ ਕਾਫੀ ਗਿਆਨ ਪ੍ਰਾਪਤ ਕੀਤਾ, ਇਹਨਾਂ ਨੂੰ ਕਾਫੀ ਸੋਝੀ ਹੈ ਇਸ ਇਤਿਹਾਸ ਦੇ ਬਾਰੇ। ਅਸੀਂ ਉਹਨਾਂ ਨਾਲ ਤੋਂ ਜਾਣਨਾ ਚਾਹਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਪਹਿਲੀ ਗੱਲ ਆਪ ਜੀ ਦਾ ਸਟੂਡੀਓ ਦਾ ਆਉਣ 'ਤੇ ਬਹੁਤ ਬਹੁਤ ਧੰਨਵਾਦ ਜੀ, ਅਤੇ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਆਪ ਜੀ ਨਾਲ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਕਸੀਮਮ ਸਤਿਕਾਰ ਅਸੀਂ ਕਿੱਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਰੱਖ ਸਕਦੇ ਹਾਂ। ਐਜ ਏ ਸੰਗਤ ਸਾਨੂੰ ਕੀ ਕਰਨਾ ਚਾਹੀਦਾ, ਐਜ ਏ ਗ੍ਰੰਥੀ ਸਾਹਿਬਾਨ ਉਹਨੂੰ ਕਿੱਦਾਂ ਕਰਨਾ ਚਾਹੀਦਾ, ਜਾਂ ਐਜ ਏ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਨੂੰ ਮੈਕਸੀਮਮ ਸਤਿਕਾਰ ਕਿੱਦਾਂ ਕਰਨਾ ਚਾਹੀਦਾ, ਜਿਹਦੇ ਵਿੱਚ ਅਸੀਂ ਇਹ ਕਹੀਏ ਕਿ ਹਾਜ਼ਰ ਨਾਜ਼ਰ ਗੁਰੂ ਆ ਸਾਡੇ, ਇਹ ਸ਼ਬਦ ਗੁਰੂ ਆ, ਇਹ ਜਨਮ ਮਰਨ ਤੋਂ ਰਹਿਤ ਹੈ, ਅਤੇ ਉਹਨਾਂ ਨੂੰ ਹਾਜ਼ਰ ਨਾਜ਼ਰ ਤੌਰ 'ਤੇ ਕਿੱਦਾਂ ਅਸੀਂ ਕਰ ਸਕਦੇ, ਉਹਦੇ ਵਾਸਤੇ ਤੁਸੀਂ ਸਾਡੀ ਸੰਗਤ ਨੂੰ ਦੱਸੋ ਕੁਛ ਕਿੱਦਾਂ ਹੋ ਸਕਦਾ। ਇੱਕ ਵਾਰੀ ਫੇਰ ਜਿੰਨੇ ਵੀ ਸਰੋਤੇ ਸੰਗਤ ਰੂਪ ਦੇ ਵਿੱਚ ਆਪ ਜੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਰਹੇ ਹੋ, ਭਾਈ ਸਾਹਿਬ ਉਹਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਜੇ ਸਿੱਖ ਧਰਮ ਦੀ ਗੱਲ ਕਰੀਏ ਅਤੇ ਸਭ ਤੋਂ ਸਤਿਕਾਰਯੋਗ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਸਭ ਤੋਂ ਸਤਿਕਾਰਯੋਗ, ਵੈਸੇ ਤਾਂ ਸਿੱਖ ਧਰਮ ਦੀਆਂ ਬਹੁਤ ਸਤਿਕਾਰਯੋਗ ਹਸਤੀਆਂ, ਬੜੇ ਸਤਿਕਾਰਯੋਗ ਸ਼ਾਸਤਰ ਹਨ, ਅਤੇ ਸਭ ਤੋਂ ਵੱਧ ਸਤਿਕਾਰਯੋਗ ਜੋ ਸਾਡੇ ਕੋਲ ਸਾਡੇ ਇਸ਼ਟ, ਸਾਡੇ ਗੁਰਦੇਵ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜਿਨ੍ਹਾਂ ਦੇ ਸੰਬੰਧ ਦੇ ਵਿੱਚ ਦੂਸਰੇ ਧਰਮਾਂ ਦੇ ਲੋਕ ਵੀ ਇਸ ਸਤਿਕਾਰ ਨੂੰ ਮੰਨਦੇ ਹਨ। ਅਤੇ ਇਹ ਆਪਣੀ, ਕਿਉਂਕਿ ਆਪਾਂ ਸਤਿਗੁਰੂ ਜੀ ਨੂੰ ਜਦੋਂ ਵੀ ਅਸੀਂ ਸਤਿਗੁਰੂ ਜੀ ਦਾ ਪ੍ਰਕਾਸ਼ ਕਰਨਾ ਹੁੰਦਾ ਹੈ ਅਤੇ ਉਸ ਵੇਲੇ ਉਹਨਾਂ ਦੇ ਲਈ ਸਪੈਸ਼ਲ ਜਿਹੜਾ ਬੈੱਡ ਤਿਆਰ ਕੀਤਾ ਹੋਇਆ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਮੰਜੀ ਸਾਹਿਬ ਦੇ ਉੱਪਰ ਬਕਾਇਦਾ ਉਹਨਾਂ ਦਾ ਬਿਸਤਰਾ ਤਿਆਰ, ਜਿਹਨੂੰ ਅਸੀਂ ਤਖਤ ਦਾ ਨਾਂ ਦਿੰਦੇ ਹਾਂ। ਉਹ ਤਖਤ ਹੋਣਾ ਜ਼ਰੂਰੀ ਆ, ਫਿਰ ਚੰਦੋਆ ਹੋਣਾ ਜ਼ਰੂਰੀ ਆ, ਫਿਰ ਚੌਰ ਸਾਹਿਬ ਹੋਣਾ ਜ਼ਰੂਰੀ ਆ। 1601 ਦੇ ਵਿੱਚ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੰਨੇ ਥਾਵਾਂ 'ਤੇ ਸਤਿਗੁਰੂ ਜੀ ਗਏ ਆ, ਜਿੱਥੇ ਜਿੱਥੇ ਵੀ ਉਹਨਾਂ ਨੂੰ ਉਹ ਜੁੜੀ ਹੋਈ ਰੂਹ ਮਿਲੀ ਹੈ, ਗੁਰੂਦੇਵ ਜੀ ਨੇ ਉਹਨਾਂ ਦੇ ਨਾਲ ਵਾਰਤਾਲਾਪ ਕੀਤੇ ਆ। ਉਹਨਾਂ ਦੀਆਂ ਜਿਸ ਤਰ੍ਹਾਂ
ਜਿਹੜੀਆਂ ਉਹਨਾਂ ਦੇ ਜੁੜੀਆਂ ਹੋਈਆਂ ਰੂਹਾਂ ਦੀਆਂ ਪਰਮੇਸ਼ਰ ਦੇ ਨਾਲ ਜੋ ਗੱਲਬਾਤ ਹੋਈ ਹੈ, ਉਸ ਗੱਲਬਾਤ ਨੂੰ ਗੁਰੂਦੇਵ ਜੀ ਨੇ ਆਪ ਲਿਆ। ਉਹੀ ਪੋਥੀਆਂ ਅੱਗੇ ਤੋਂ ਅੱਗੇ ਗੁਰੂ ਅੰਗਦ ਪਾਤਸ਼ਾਹ ਜੀ ਦੇ ਕੋਲ, ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ, ਅਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ 1601 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ਼ੁਰੂ ਕੀਤੀ। ਭਾਈ ਗੁਰਦਾਸ ਜੀ ਹੁਣਾਂ ਨੇ ਇਹ ਸੇਵਾ ਨਿਭਾਈ ਅਤੇ ਗੁਰੂਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਰਤੀਬ ਦੇਣੀ ਸ਼ੁਰੂ ਕੀਤੀ, ਜਿਹਦੇ ਵਿੱਚ 12 ਜਿਹੜੀਆਂ ਸੀਗੀਆਂ ਕੱਲੀਆਂ ਪਹਿਲਾਂ ਪੌੜੀਆਂ ਹੀ ਹੁੰਦੀਆਂ ਸੀ, ਵਾਰਾਂ ਦੇ ਨਾਲ ਸਲੋਕ ਲਾਉਣੇ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਵਿੱਚ ਸਭ ਤੋਂ ਪਹਿਲੀ ਬਾਣੀ ਸ੍ਰੀ ਜਪਜੀ ਸਾਹਿਬ ਜੀ, ਫਿਰ ਸੋਦਰ, ਫਿਰ ਸੋਪੁਰਖ, ਫਿਰ ਸੋਹਿਲਾ, ਅਤੇ ਉਸ ਤੋਂ ਬਾਅਦ ਦੇ ਵਿੱਚ 31 ਰਾਗ। ਇਹ ਸਾਰੀ ਦੀ ਸਾਰੀ ਤਰਤੀਬ ਗੁਰੂ ਅਰਜਨ ਪਾਤਸ਼ਾਹ ਜੀ ਨੇ, ਗੁਰੂ ਅਰਜਨ ਪਾਤਸ਼ਾਹ ਜੀ ਨੇ। ਫਿਰ ਸ਼ਬਦ ਹੈ, ਫਿਰ ਉਸ ਤੋਂ ਬਾਅਦ ਦੇ ਵਿੱਚ ਅਸ਼ਟਪਦੀਆਂ, ਛੰਤ ਹੈ, ਫਿਰ ਭਗਤ ਸਾਹਿਬਾਨਾਂ ਦੀ ਬਾਣੀ ਹੈ। ਪਹਿਲਾਂ ਗੁਰੂ ਸਾਹਿਬਾਨ ਜੀ ਦੀ ਬਾਣੀ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਫਿਰ ਗੁਰੂ ਅੰਗਦ ਪਾਤਸ਼ਾਹ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਰਜਨ ਪਾਤਸ਼ਾਹ, ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ, ਅਤੇ ਉਸ ਤੋਂ ਬਾਅਦ ਦੇ ਵਿੱਚ ਭਗਤਾਂ ਦੀ ਬਾਣੀ ਆ। ਭਗਤਾਂ ਦੀ ਬਾਣੀ ਵਿੱਚ ਵੀ ਪਹਿਲ ਜਿਹੜੀ ਆ ਭਗਤ ਕਬੀਰ ਜੀ ਨੂੰ ਦਿੱਤੀ ਗਈ ਆ। ਸੋ ਨਾਲ ਦੀ ਨਾਲ ਵਾਰਾਂ ਦੇ ਨਾਲ ਸਲੋਕ ਵੀ ਲਾਏ, 22 ਵਾਰਾਂ ਆ। ਉਹਨਾਂ ਦੇ ਵਿੱਚੋਂ 9 ਵਾਰਾਂ ਸੀ ਜਿਨ੍ਹਾਂ ਨੂੰ ਧੁਨਾਂ ਦੇ ਉੱਪਰ ਗਾਉਣ ਦਾ ਹੁਕਮ ਦਿੱਤਾ, ਅਤੇ ਉਹ ਵਾਰਾਂ ਦੇ ਨਾਲ ਜਿਹੜੇ ਸਲੋਕ ਬਚ ਗਏ ਸਨ, ਜਿਹੜੇ ਵਾਰਾਂ ਦੇ ਵਿੱਚ ਸਬਜੈਕਟ ਦੇ ਹਿਸਾਬ ਦੇ ਨਾਲ, ਵਿਸ਼ਾ ਵਸਤੂ ਦੇ ਹਿਸਾਬ ਦੇ ਨਾਲ ਨਹੀਂ ਸੀ ਆਉਂਦੇ, ਉਹਨਾਂ ਸਲੋਕਾਂ ਨੂੰ ਗੁਰੂਦੇਵ ਜੀ ਨੇ ਪਿਛਲੇ ਪਾਸੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਲੋਕ ਵਾਰਾਂ ਤੇ ਵਧੀਕ ਸਰਲੇਖ ਹੇਠ ਜਿਹੜਾ ਦਰਜ ਕੀਤਾ ਹੋਇਆ ਆ। 31 ਰਾਗਾਂ ਵਿੱਚ ਬਾਣੀ ਹੈ, 6 ਮਿਸ਼ਰਤ ਰਾਗ ਹੈ, ਟੋਟਲ 37 ਰਾਗ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਪਹਿਲਾ ਰਾਗ ਸ਼੍ਰੀ ਰਾਗ ਹੈ, ਅਖੀਰਲਾ ਰਾਗ ਜਜਾਵੰਤੀ ਆ। ਕਿੰਨੀ ਖੋਜ ਕੀਤੀ ਹੋਊਗੀ ਬਹੁਤ ਗੁਰੂਦੇਵ ਜੀ ਨੇ। ਇੱਕ ਸਭ ਤੋਂ ਵੱਡੀ ਗੱਲ ਭਾਈ ਸਾਹਿਬ ਜੀ ਕਿ ਸੀਕੁਐਂਸ ਦੇ ਵਿੱਚ ਆ, ਲੜੀ ਦੇ ਵਿੱਚ ਆ, ਔਰ ਨੰਬਰ ਦਿੱਤਾ ਹੋਇਆ ਵੀ ਆਹ ਸ਼ਬਦ ਇੱਥੇ ਖਤਮ ਹੋ ਗਿਆ, ਇਹਦੀ ਗਿਣਤੀ ਆ ਇੱਦਾਂ ਆ। ਬਹੁਤ ਹੀ ਤਰਤੀਬ ਦੇ ਨਾਲ ਆਸ਼ਾਸ਼ ਕਰ ਉੱਠਦਾ ਬੰਦਾ ਜਿਹੜਾ ਸਿਰਫ ਰੱਬ ਨੂੰ ਨਾ ਵੀ ਮੰਨਦਾ ਹੋਵੇ, ਇਕੱਲਾ ਸਾਹਿਤ ਦੇ ਵਿੱਚ ਹੀ ਵਿਚਾਰ ਰੱਖਦਾ ਨਾ, ਉਹ ਵੀ ਆਸ਼ਾਸ਼ ਕਰ ਉੱਠਦਾ, ਕਹਿੰਦਾ ਕਮਾਲ। ਪਰ ਇੱਕ ਜਾਮੇ ਦੇ ਵਿੱਚ ਇਹ ਹੋ ਨਹੀਂ ਸਕਦਾ। ਦੇਖੋ ਗੁਰਦੇਵ ਵਾਕਿਆ ਗੁਰੂ ਨਾਨਕ ਦੇਵ ਜੀ ਦੀ ਜੋਤ ਸੀਗੀ ਤੇ ਉਹਨੇ ਜਾਮਿਆਂ ਦੇ ਵਿੱਚੋਂ ਆ ਕੇ, ਨਹੀਂ ਤੇ ਇੱਕ ਜਾਮੇ ਦੇ ਵਿੱਚ ਇਹ ਸਾਡੀ ਇੱਕ ਖੁਸ਼ਕਿਸਮਤੀ ਆ ਕਿ ਸਾਡੇ ਉਹਨਾਂ ਰਹਿਬਰਾਂ ਨੇ, ਸਾਡੇ ਗੁਰੂ ਸਾਹਿਬਾਂ ਨੇ ਆਪਣੀ ਹਜ਼ੂਰੀ ਦੇ ਵਿੱਚ ਇਹ ਚੀਜ਼ ਸਾਨੂੰ ਤਾਤ ਦੇ ਵਜੋਂ ਦੇ ਦਿੱਤੀ। 1604 ਦੇ ਵਿੱਚ ਸੰਪਾਦਨਾ ਹੋਈ, 3 ਸਾਲ ਲੱਗੇ ਆ। ਇਹੀ ਕਾਰਨ ਸੀ ਮੁੱਖ ਕਿ ਸਤਿਗੁਰਾਂ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਕਿਉਂਕਿ ਗੁਰਬਾਣੀ ਵਿੱਚ ਉਹ ਚੀਜ਼ਾਂ ਦਰਜ ਕਰ ਦਿੱਤੀਆਂ ਗਈਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀਆਂ ਉਸ ਵੇਲੇ ਸਮਾਜ ਦਾ ਅੰਗ ਬਣੀਆਂ ਹੋਈਆਂ ਸੀ। ਔਰਤ ਨੂੰ ਦਰਜਾ ਦੇ ਦਿੱਤਾ ਗਿਆ, ਔਰਤ ਦੀ ਕੋਈ ਗਿਣਤੀ ਨਹੀਂ ਸੀ ਰੱਖੀ ਜਾਂਦੀ, ਇੰਨਾ ਵਿਤਕਰਾ ਰੱਖਿਆ ਹੋਇਆ ਸੀ। ਜਾਤ ਪਾਤ ਦੇ ਕੋਡ ਨੂੰ ਹੀ ਖਤਮ ਕਰ ਦਿੱਤਾ, ਸਪਸ਼ਟ ਲਿਖ ਦਿੱਤਾ ਗੁਰੂਦੇਵ ਜੀ ਨੇ ਵੀ ਇੱਥੇ ਜਾਤ ਪਾਤ ਦੀ ਕੋਈ ਗੱਲ ਹੀ ਨਹੀਂ, ਜਾਤ ਕਾ ਗਰਭ ਨਾ ਕਰਿਓ ਕੋਈ, ਹਨਾ, ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ। ਉੱਥੇ ਖਤਮ ਹੋ ਜਾਂਦਾ ਜਿੱਥੇ ਸਾਰੇ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਜ ਕਰਤੀ ਤੇ ਬਰਾਬਰ ਦਾ ਦਰਜਾ ਦਿੱਤਾ, ਜਾਤਵਾਦ ਉੱਥੇ ਖਤਮ ਹੋ ਗਈ। ਸੋ 6 ਗੁਰੂ ਸਾਹਿਬਾਨ, 15 ਭਗਤ, 11 ਭੱਟ, 3 ਸੇਵਾਦਾਰ, ਹਰ ਇੱਕ ਪੱਖੋਂ ਗੁਰੂਦੇਵ ਜੀ ਨੇ ਕੋਈ ਚੀਜ਼ ਛੱਡਣੀ। ਇਹ ਤਾਂ ਸੀਗਾ ਜਿਹੜਾ ਅਸੀਂ ਇੱਕ ਕਿਸਮ ਦਾ ਬਾਹਰੀ ਢਾਂਚਾ ਕਹਿੰਦੇ ਆ ਸਤਿਗੁਰੂ ਜੀ ਦੇ ਸਰੂਪ ਦਾ, ਜਿਹੜੀ ਅੰਦਰੀਵੀ ਭਾਵ ਦੀਆਂ ਉਹਦਾ ਤਾਂ ਕੋਈ ਹੱਦਾਂ ਹੀ ਨਹੀਂ ਹੈ। ਫਿਰ ਕਾਵਿਕ ਰੂਪ ਮੁੱਖ ਰੱਖਿਆ ਗਿਆ, ਸੰਗੀਤਕ ਰੂਪ ਮੁੱਖ ਰੱਖਿਆ ਗਿਆ, ਕਾਵਿਕ ਪੱਖਾਂ ਨੂੰ ਮੁੱਖ ਰੱਖਿਆ ਗਿਆ। ਤੁਸੀਂ ਹੈਰਾਨ ਰਹਿ ਜਾਓਗੇ। ਸੋਚਿਆ ਸੋਚ ਨਾ ਹੋਵੀ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾ ਲਵਤਾਰ। ਅਗਰ ਇਹਨਾਂ ਤੁਕਾਂ ਦੀ ਮਾਤਰਕ ਗਿਣਤੀ ਕਰਦੇ ਆ ਤੇ 24 ਆ ਰਹੀ ਆ। ਹੋਰ ਵੀ ਬਹੁਤ ਸਾਰੀਆਂ ਪਾਵਨ ਤੁਕਾਂ, ਕਈਆਂ ਥਾਵਾਂ ਤੇ 2 ਮਾਤਰਾ ਵਾਲੇ ਸ਼ਬਦ, ਹੋੜਾ ਤੇ ਔਂਕੜ ਨੂੰ, ਜਿੱਦਾਂ ਟੂਟੀ ਗਾਂਢਨਹਾਰ ਗੋਪਾਲ, ਗੱਗੇ ਨੂੰ ਹੋੜਾ ਵੀ ਦਿੱਤਾ ਗਿਆ, ਗੱਗੇ ਨੂੰ ਔਂਕੜ ਵੀ ਦਿੱਤਾ ਗਿਆ। ਸਰਬੈ ਏਕ ਅਨੇਕੈ ਸੁਆਮੀ ਸਭ ਘਟ ਭੋਗਵੈ ਸੋਈ, ਭੱਬੇ ਨੂੰ ਹੋੜਾ ਵੀ ਦਿੱਤਾ ਗਿਆ, ਭੱਬੇ ਨੂੰ ਔਂਕੜ ਵੀ ਦਿੱਤਾ ਗਿਆ। ਇਹ ਜਿਹੜੀ ਚੀਜ਼ ਸੀ ਇਹ ਪਹਿਲੀ ਵਾਰੀ ਦਰਜ ਹੋਈ ਸੀ। ਸੋ ਆਪਾਂ ਗੱਲ ਕਰ ਰਹੇ ਸੀ ਸਤਿਕਾਰ ਦੀ। ਜਦੋਂ ਸੰਪਾਦਨਾ ਹੋ ਗਈ ਸਤਿਗੁਰੂ ਜੀ ਦੀ, ਸੰਪਾਦਨਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ ਗਿਆ, ਔਰ ਉਸ ਵੇਲੇ ਦਰਬਾਰ ਸਾਹਿਬ ਪ੍ਰਕਾਸ਼ ਕੀਤਾ ਗਿਆ। ਜਿਹੜਾ ਪਹਿਲਾ ਹੁਕਮਨਾਮਾ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਫਿਰ ਜਦੋਂ ਸ਼ਾਮ ਹੋਈ ਹੈ ਤੇ ਸਿੱਖਾਂ ਨੇ ਪੁੱਛਿਆ ਸਤਿਗੁਰੂ ਜੀ ਹੁਣ ਆਪਾਂ, ਉਸ ਵੇਲੇ ਪੋਥੀ ਨਾਂ ਰੱਖਿਆ ਗੁਰੂ ਗ੍ਰੰਥ ਸਾਹਿਬ ਜੀ ਦਾ, ਪੋਥੀ ਪਰਮੇਸ਼ਰ ਕਾ ਥਾਨ। ਕਹਿੰਦੇ ਇਸ ਪੋਥੀ ਨੂੰ ਹੁਣ ਆਪਾਂ ਕਿਸ ਤਰ੍ਹਾਂ ਕਰਨਾ ਆ? ਗੁਰਦੇਵ ਜੀ ਨੇ ਕਿਹਾ ਪੂਰੇ ਸਤਿਕਾਰ ਸਹਿਤ ਰੁਮਾਲਿਆਂ ਦੇ ਵਿੱਚ ਸੁਖਾਸਨ ਕੀਤਾ ਜਾਵੇਗਾ। ਉਸ ਤਿਆਰ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਨੂੰ
ਸੁਖਾਸਨ ਕੀਤਾ ਗਿਆ ਹੂੰ ਔਰ ਗੁਰਦੇਵ ਜੀ ਕਹਿੰਦੇ ਹੁਣ ਆਓ ਆਪਾਂ ਇਹਨਾਂ ਨੂੰ ਕੋਠਾ ਸਾਹਿਬ ਦੇ ਵਿੱਚ ਲੈ ਕੇ ਜਾਣਾ, ਜਿੱਥੇ ਗੁਰੂ ਸਾਹਿਬ ਆਪ ਆਰਾਮ ਕਰਦੇ ਸੀ। ਹੂੰ ਉੱਥੇ ਬੈੱਡ ਤਿਆਰ ਕੀਤਾ ਗਿਆ, ਹੂੰ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਕਰਕੇ ਉੱਥੇ ਸਤਿਕਾਰ ਸਹਿਤ ਸਿੰਘਾਂ ਨੇ ਸਿਰ ਦੇ ਉੱਪਰ ਲਿਆ ਪੋਥੀ ਨੂੰ, ਹੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ ਸਤਿਕਾਰ ਸਹਿਤ ਚੌਰ ਕਰਦਿਆਂ ਹੋਇਆਂ ਹੂੰ ਉੱਥੇ ਸੁਖਾਸਨ ਕੀਤਾ ਗਿਆ। ਗੁਰਦੇਵ ਜੀ ਨੇ ਆਪਣਾ ਜਿਹੜਾ ਬਿਸਤਰਾ ਸੀ ਥੱਲੇ ਲਾ ਲਿਆ। ਹੂੰ ਸਿੱਖਾਂ ਨੇ ਪੁੱਛਿਆ ਸਤਿਗੁਰੂ ਜੀ ਇਹ ਕੀ ਕਰ ਰਹੇ ਹੋ? ਕਹਿੰਦੇ ਨਹੀਂ। ਸਿੱਖਾਂ ਨੂੰ ਵੀ ਹੁਕਮ ਕੀਤਾ, ਕਹਿੰਦੇ ਇਹ ਰੱਬੀ ਧੁਰ ਕੀ ਬਾਣੀ ਹੈ, ਸਤਿਕਾਰ ਅਸੀਂ ਵੱਧ ਕਰਨਾ ਹੈ। ਗੁਰੂ ਸਾਹਿਬ ਜੀ ਦੇ ਵੇਲੇ ਤੋਂ ਲੈ ਕੇ, ਪਹਿਲਾਂ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਸਿੱਖ ਉਹੀ ਸਤਿਕਾਰ ਬਰਕਰਾਰ ਰੱਖਿਆ ਹੋਇਆ ਹੈ। ਮਤਲਬ ਗੁਰੂ ਅਰਜਨ ਦੇਵ ਜੀ ਦੇ ਸਮੇਂ ਉਸੇ ਦਿਨ ਹੀ ਉਹਨਾਂ ਨੇ ਚੌਰ ਸਾਹਿਬ ਗੁਰੂ ਅਰਜਨ ਸਾਹਿਬ ਜੀ ਤੋਂ ਪਹਿਲਾਂ ਵੀ ਹੂੰ ਜਿੰਨੀਆਂ ਵੀ ਪੋਥੀਆਂ ਲਈਆਂ ਗਈਆਂ ਆ ਉਹਨਾਂ ਨੂੰ ਸਤਿਕਾਰ ਸਹਿਤ ਲਿਆਂਦਾ ਗਿਆ, ਸਤਿਕਾਰ ਸਹਿਤ ਰੱਖਿਆ ਗਿਆ ਆ। ਸੋ ਕਹਿਣ ਤੋਂ ਭਾਵ ਪਰ ਉਦੋਂ ਚੌਰ ਨਹੀਂ ਸੀ ਹੁੰਦਾ। ਚੌਰ ਨਹੀਂ ਸੀ। ਹਾਂ। ਚੌਰ ਉਦੋਂ ਹੋਇਆ ਜਦੋਂ ਸੰਪਾਦਨਾ ਹੋ ਗਈ। ਹੁਣ ਜਿਹੜਾ ਚੌਰ ਆ ਕਿਉਂ ਕਰਦੇ ਆ ਅਸੀਂ, ਹੂੰ ਚੰਦੋਆ ਕਿਉਂ ਲਾਉਂਦੇ ਆ, ਹੂੰ ਤਖਤ ਕਿਉਂ ਬਿਠਾਉਂਦੇ ਆ? ਉਸ ਵੇਲੇ ਇਹ ਆਮ ਹੁਕਮ ਹੋਇਆ ਸੀਗਾ। ਇੱਕ ਤਾਂ ਚੌਰ ਦਾ ਸੀ, ਚੌਰ ਸਾਹਿਬ ਦਾ ਅਸੀਂ ਚੌਰ ਨੂੰ ਚੌਰ ਸਾਹਿਬ ਕਹਿੰਦੇ ਹਾਂ। ਹਾਂਜੀ ਜਦੋਂ ਅਸੀਂ ਗੁਰੂ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਆ ਸਾਰੇ ਉਹਨਾਂ ਨੂੰ ਸਤਿਕਾਰੀ- ਸਤਿਕਾਰ ਦੇਣ ਲਈ ਸਤਿਕਾਰੀ ਅਸੀਂ ਬਣਦੇ। ਜੀ ਦੇ ਨਾਲੋਂ ਵੀ ਜ਼ਿਆਦਾ ਜੀ ਅਸੀਂ ਸਤਿਕਾਰ ਦਿੰਦੇ ਆ, ਹਾਂ। ਪਰ ਸਾਹਿਬ ਕਹਿੰਦੇ, ਜਿੱਦਾਂ ਗੁਰਦੁਆਰਾ ਸਾਹਿਬ, ਗੁਰੂ ਗ੍ਰੰਥ ਸਾਹਿਬ, ਹਾਂ, ਹਰ ਚੀਜ਼ ਚੌਰ ਜਿਹੜੀ ਹੈ ਸਾਹਿਬ। maximum- ਹਾਂਜੀ, ਕਈ ਵਾਰੀ ਅਸੀਂ ਦੋ ਸੰਬੋਧਨ ਸ਼ਬਦ ਵੀ ਆਖਦੇ ਨੇ, ਜਿੱਦਾਂ ਪਹਿਲੀ ਬਾਣੀ ਜਪ ਜੀ ਸਾਹਿਬ, ਹੂੰ ਇੱਕ ਬਾਣੀ ਇਸ ਤਰ੍ਹਾਂ ਦੀ ਆ ਹੂੰ। ਜਿਹਨੂੰ ਦੋ ਸਤਿਕਾਰਯੋਗ ਸੰਬੋਧਨ ਸ਼ਬਦ ਲੱਗ ਰਿਹਾ, ਜੀ ਵੀ ਤੇ ਸਾਹਿਬ ਵੀ। ਸਾਹਿਬ ਵੀ। ਇਹ ਤਾਂ ਮੋਸਟਲੀ ਅਸੀਂ ਬਾਣੀਆਂ ਨੂੰ ਸਾਹਿਬ, ਜਾਪ ਸਾਹਿਬ ਹੂੰ। ਹਨਾ, ਤੇ ਸੁਖਮਨੀ ਸਾਹਿਬ ਇਸ ਤਰ੍ਹਾਂ ਸੰਬੋਧਨ ਕਰ ਰਹੇ ਆ। ਇਹ ਪਵਿੱਤਰ ਬਾਣੀ ਨੂੰ ਦੋ ਸੰਬੋਧਨ ਸ਼ਬਦ ਜਿਹੜੇ ਆ ਸਤਿਕਾਰ ਵਜੋਂ ਲੱਗ ਰਹੇ ਹੈਗੇ ਆ। ਤੇ ਜਦੋਂ ਇਹ ਜਿਹੜਾ ਚੌਰ ਦਾ ਇਸ ਤਰ੍ਹਾਂ ਸੀਗਾ ਕਿ ਜਿਹੜਾ ਰਾਜਾ ਚੱਕਰਵਰਤੀ ਹੋ ਜਾਂਦਾ ਸੀ, ਹੂੰ ਉਹ ਚੱਕਰਵਰਤੀ ਰਾਜਾ ਕਿਹਨੂੰ ਕਹਿੰਦੇ ਸੀ ਕਿ ਜਿਹੜਾ ਰਾਜ ਵੱਧ ਗਿਆ ਉਹਨੇ ਆਪਣਾ ਘੋੜਾ ਛੱਡਣਾ, ਇੱਕ ਹੂੰ ਘੋੜੇ ਨੇ ਅੱਗੇ ਫਿਰਨਾ ਆ ਆਲੇ ਦੁਆਲੇ, ਜਿੱਥੋਂ ਤੱਕ ਘੋੜਾ ਚੱਲ ਗਿਆ ਉੱਥੋਂ ਤੱਕ ਉਹਦਾ ਰਾਜ ਆ, ਹੂੰ ਉਹਨਾਂ ਹੱਦਾਂ ਤੱਕ ਉਹਦਾ ਰਾਜ ਆ। ਜਦੋਂ ਜੇ ਕਿਸੇ ਨੇ ਫੜ ਲਿਆ ਘੋੜਾ, ਉਹਦਾ ਰੋਕਿਆ, ਤਾਂ ਉਹਨੂੰ ਲੜਾਈ ਕਰਨੀ ਪੈਣੀ ਹੈ। ਹੂੰ ਫਿਰ ਜਦੋਂ ਘੋੜਾ ਵਾਪਸ ਆ ਕੇ ਆ ਜਾਂਦਾ ਸੀਗਾ, ਉਸ ਘੋੜੇ ਨੂੰ ਵੱਢਿਆ ਜਾਂਦਾ ਸੀ, ਵੱਢ ਕੇ ਉਹਦਾ ਮੀਟ ਬਣਾਇਆ ਜਾਂਦਾ ਸੀ, ਉਹਨੂੰ ਕਹਿੰਦੇ ਸੀ ਅਸਮੇਧ ਜੱਗ। ਅੱਛਾ ਅਸਮੇਧ ਜੱਗ ਕੀਤਾ ਜਾਂਦਾ ਸੀ ਤੇ ਫਿਰ ਉਸ ਰਾਜੇ ਨੂੰ ਤਖਤ ਤੇ ਬਿਠਾ ਕੇ ਚੌਰ ਕੀਤਾ ਜਾਂਦਾ ਸੀ ਵੀ ਇਹਨੂੰ ਕੋਈ ਹਰਾ ਨਹੀਂ ਸਕਿਆ ਹੈ। ਹੂੰ ਗੁਰਦੇਵ ਜੀ ਨੇ ਕਿਹਾ ਕਿ ਇਹ ਤਾਂ ਸਾਰੇ ਦੁਨਿਆਵੀ ਰਾਜੇ ਆ, ਅੱਛਾ ਸਾਡਾ ਜਿਹੜਾ ਤਿੰਨਾਂ ਲੋਕਾਂ ਦਾ ਰਾਜਾ ਆ ਹੂੰ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਅੱਜ ਤੋਂ ਇਹਨਾਂ ਨੂੰ ਚੌਰ ਹੋਇਆ ਕਰੂਗਾ। ਪਰ ਇੱਥੇ ਕੋਈ ਘੋੜਾ ਨਹੀਂ ਵੱਢਿਆ ਜਾਊਗਾ। ਨਹੀਂ, ਘੋੜਾ ਨਹੀਂ ਵੱਢਿਆ ਜਾਊਗਾ। ਕਿਉਂਕਿ ਦੇਖੋ ਹਰੀਆ ਉਹ ਜਿਹੜੀ- ਘੋੜੇ ਨੇ ਜਿਹਨੇ ਸਾਰਾ ਰਾਜ ਦੀ ਉਹਦੀ ਨਹੀਂ, ਔਰ ਇੱਕ ਰਾਜਨੀਤਿਕ ਪੱਖੀ ਦੁਨਿਆਵੀ ਮਤਲਬ ਆਪਾਂ ਉਹ ਤਾਂ ਗੱਲ ਕਰਦੇ ਹਾਂਜੀ ਹਾਂਜੀ। ਫਿਰ ਚੰਦੋਆ ਵੀ ਇਸੇ ਤਰ੍ਹਾਂ ਹੀ, ਹਾਂ। ਤਖਤ ਵੀ ਇਸੇ ਤਰ੍ਹਾਂ ਹੀ। ਇਹ ਨਿਸ਼ਾਨੀਆਂ ਜਿਹੜੀਆਂ ਸੀਗੀਆਂ ਇਹ ਦਰਸਾਉਣ ਦੇ ਲਈ ਸੀ ਕਿ ਸਾਡੇ ਕੋਲ ਤਰਲੋਕੀ ਦੇ ਰਾਜੇ ਹੂੰ। ਅਕਾਲ ਪੁਰਖ ਆਪ ਵਿਰਾਜਮਾਨ ਹਨ, ਕਿਉਂਕਿ ਅਕਾਲ ਪੁਰਖ ਸ਼ਬਦ ਦੇ ਰੂਪ ਦੇ ਵਿੱਚ ਹੈ ਤੇ ਉਹੀ ਅਕਾਲ ਪੁਰਖ ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਪਰਮੇਸ਼ਰ ਦੇ ਰੂਪ ਦੇ ਵਿੱਚ ਹਾਜ਼ਰ ਹਨ। ਸੋ ਅਸੀਂ ਸਤਿਗੁਰੂ ਜੀ ਦਾ ਸਤਿਕਾਰ ਉਸ ਸਮੇਂ ਤੋਂ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਸੰਪਾਦਨਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ, ਤਿਆਰ ਕੀਤੀ ਵੀ ਦਮਦਮਾ ਸਾਹਿਬ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸੱਚੇ ਪਾਤਸ਼ਾਹ ਦੀ ਬਾਣੀ ਦਰਜ ਕੀਤੀ ਆ, ਹੂੰ ਕਿਉਂਕਿ ਪਹਿਲਾਂ ਬਾਣੀ ਦਰਜ ਨਹੀਂ ਸੀ। ਪਹਿਲਾਂ ਦਰਜ। ਔਰ ਉਸ ਤੋਂ ਬਾਅਦ ਦੇ ਵਿੱਚ ਗੁਰਦੇਵ ਜੀ ਨੇ ਗੁਰਗੱਦੀ ਜਦੋਂ ਦਿੱਤੀ ਹੈ, ਤੇ ਇਹ ਆਪਾਂ ਦੋਹਰਾ ਪੜ੍ਹਦੇ ਹਾਂ ਅਰਦਾਸ ਦੇ ਵਿੱਚ, ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਕਿ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਗੁਰੂ ਆ, ਹੂੰ। ਤੁਸੀਂ ਇਸ਼ਟ ਇਹਨਾਂ ਨੂੰ ਮੰਨਣਾ ਆ। ਪੰਜ ਪਿਆਰੇ ਸਾਹਿਬਾਨਾਂ ਨੂੰ ਗੁਰੂ ਦੀਖਿਆ ਦਾ ਅਧਿਕਾਰ ਦਿੱਤਾ ਆ। ਹੂੰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਿੱਖਿਆ ਦਾ ਅਧਿਕਾਰ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ। ਹੂੰ। ਦੀਖਿਆ ਦਾ ਅਧਿਕਾਰ ਪੰਜ ਪਿਆਰੇ ਸਾਹਿਬਾਨ ਨੂੰ ਜਿਹੜੇ ਸੰਗਤ ਵਿੱਚੋਂ ਚੁਣੇ ਹੋਏ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਹੂੰ। ਉਹਨਾਂ ਨੂੰ ਦਿੱਤਾ ਹੋਇਆ। ਉਸ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਹਾਂ, ਜੇ ਆਪਾਂ ਜਿਹੜੀ ਤੁਸੀਂ ਗੱਲ ਕਰਦੇ ਸੀ ਕਿ ਨਾਲ ਕਿਸੇ ਹੋਰ ਪੋਥੀ ਦਾ, ਮੈਂ ਸਪਸ਼ਟ ਸ਼ਬਦਾਂ 'ਚ ਕਹਾਂ ਜਿਵੇਂ ਸ੍ਰੀ ਦਸ਼ਮ ਗ੍ਰੰਥ ਆ, ਹੂੰ ਬਾਣੀ ਪਵਿੱਤਰ ਜਾਂ ਇਹਦੇ ਵਿੱਚ ਵੀ ਹਾਲੇ ਪੰਥਕ ਤੌਰ ਤੇ ਵਿਚਾਰ ਚੱਲ ਰਹੀ ਹੈ, ਔਰ ਅਕਾਲ ਤਖਤ ਸਾਹਿਬ ਵੱਲੋਂ ਇਹ ਆਦੇਸ਼ ਜਾਰੀ ਕੀਤਾ ਹੋਇਆ ਵੀ ਇਹਦੇ ਬਾਰੇ ਹਾਲੇ ਕੋਈ ਬਹਿਸ ਵਸਾਈਆ ਨਾ ਕੀਤਾ ਜਾਵੇ। ਚਾਹੀਦਾ ਵੀ ਨਹੀਂ ਕਰਨਾ, ਸਤਿਕਾਰ, ਕੋਈ ਵੀ ਐਸਾ ਕੰਮ ਨਹੀਂ ਕਿਉਂਕਿ ਕਰਨਾ ਆਪਾਂ ਦੇਖੋ ਜਪ ਸਾਹਿਬ ਵੀ ਪੜ੍ਹਦੇ ਹਾਂ, ਨਿਤਨੇਮ ਦੀਆਂ ਬਿਲਕੁਲ, ਬਾਣੀਆਂ ਬਿਲਕੁਲ। ਅਸੀਂ ਸਤਿਕਾਰ ਕਰਦੇ ਪੂਰਾ ਹਾਂ। ਪੂਰਾ ਦੂਸਰੀ ਰਹੀ ਗੱਲ ਨਾਲ ਪ੍ਰਕਾਸ਼ ਕਰਨ ਦੀ, ਹੂੰ ਇਹਦੇ ਸੰਬੰਧ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਸਿਧਾਂਤ, ਹੂੰ। ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਸਪਸ਼ਟ ਆ, ਹੂੰ ਵਿੱਚ ਦਰਜ ਕੀਤਾ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਵੀ ਧਾਰਮਿਕ ਗ੍ਰੰਥ, ਕਿਸੇ ਵੀ ਪੋਥੀ ਦਾ ਪ੍ਰਕਾਸ਼
ਨਹੀਂ ਕੀਤਾ ਜਾ ਸਕਦਾ ਜਿਹਦੇ ਤੇ ਚੌਰ ਹੋਵੇ, ਜਿਹਦੇ ਤੇ ਚੰਦੋਆ ਬਕਾਇਦਾ ਹੈ। ਕਿਉਂਕਿ ਇਸ ਤਰ੍ਹਾਂ ਫਿਰ ਗੁਰੂ ਸਾਹਿਬ ਜੀ ਦੀ ਉਸ ਅਕਾਲ ਪੁਰਖ ਦੀ ਸਤਿਗੁਰੂ ਜੀ ਦੇ ਸਰੂਪ ਦੀ ਜਿਹੜੀ ਆ, ਮੈਂ ਇਹ ਸਮਝਦਾ ਹਾਂ ਕਿ ਸਤਿਕਾਰ ਦੇ ਵਿੱਚ ਫਰਕ ਪੈਂਦਾ ਹੈ। ਸਤਿਕਾਰ ਨਹੀਂ ਬਰਕਰਾਰ ਰਹਿੰਦਾ। ਜੇ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਸੈਂਚੀਆਂ ਦੇ ਵਿੱਚ ਵੀ ਆ 2 ਭਾਗਾਂ ਦੇ ਵਿੱਚ ਆਪਾਂ ਸਾਂਥਿਆ ਦਿੰਦੇ ਹਾਂ, ਤੇ ਉਹਦੇ ਵਿੱਚ ਵੀ ਇਹ ਆ ਕਿ ਪੋਥੀ ਦੇ ਉੱਪਰ ਚੰਦੋਆ ਨਹੀਂ ਲਾਇਆ ਜਾਂਦਾ, ਪੋਥੀ ਨੂੰ ਚੌਰ ਨਹੀਂ ਕੀਤਾ ਜਾਂਦਾ। ਨਾਲ ਜਪਜੀ ਸਾਹਿਬ ਜੀ ਕਈ ਵਾਰੀ ਪੋਥੀ ਰੱਖ ਲੈਂਦੇ ਆ, ਰਹਿਤ ਮਰਜ਼ਾਦਾ ਇਸ ਗੱਲ ਦੀ ਰਹਿਤ ਮਰਜ਼ਾਦਾ ਤੇ ਵਿੱਚ ਨਹੀਂ ਹੈ, ਪਰ ਫਿਰ ਵੀ ਸ਼ਰਧਾਵਾਨ ਰਹਿਤ ਮਰਜ਼ਾਦਾ ਚ ਨਹੀਂ, ਰਹਿਤ ਮਰਜ਼ਾਦਾ ਚ ਚੀਨੀ ਹੈ। ਕਹਿੰਦੇ ਪੁਰਾਤਨ ਸਮੇਂ ਤੋਂ ਇਦਾਂ ਹੁੰਦਾ ਸੀ। ਦੇਖੋ ਜਿਹੜੀ ਅੱਜ ਇਹ ਆਪਾਂ ਬਿਲਕੁਲ ਤੁਹਾਡੀ ਹੋ ਸਕਦਾ ਪੁਰਾਤਨ ਸਮੇਂ ਚ ਹੁੰਦਾ ਹੋਵੇ। ਗੁਰੂ ਸਾਹਿਬ ਜੀ ਨੇ ਪੰਥ ਨੂੰ ਅਧਿਕਾਰ ਦਿੱਤਾ ਹੋਇਆ ਪੰਥਕ ਫੈਸਲਿਆਂ ਦਾ। ਜਿਹੜੀ ਰਹਿਤ ਮਰਜ਼ਾਦਾ ਇਹ ਪੰਥ ਨੇ ਸਾਰਿਆਂ ਨੂੰ ਲੈ ਕੇ, ਸਰਬੱਤ ਖਾਲਸੇ ਨੂੰ ਲੈ ਕੇ, ਸਾਰਿਆਂ ਦੀਆਂ ਰਾਇਮਾਂ ਲੈ ਕੇ ਫਿਰ ਤਿਆਰ ਕੀਤੀ, ਔਰ ਸਾਰਿਆਂ ਨੇ ਸਹਿਯੋਗ ਦਿੱਤਾ। ਉਹਨਾਂ ਦੇ ਬਕਾਇਦਾ ਨਾਮ ਦਰਜ ਹੈ। ਅਸੀਂ ਇਹ ਗੱਲ ਨਹੀਂ ਕਹਿ ਸਕਦੇ ਅੱਜ ਪੰਥ ਸਾਨੂੰ ਕੋਈ ਫੈਸਲਾ ਕਰ ਦਿੰਦਾ ਆ ਪੰਥਕ ਰੂਪ ਦੇ ਵਿੱਚ, ਸਹੀ ਮਰਜ਼ਾਦਾ ਦੇ ਨਾਲ ਕੋਈ ਫੈਸਲਾ ਹੁੰਦਾ ਆ, ਤੇ ਅੱਜ ਵੀ ਪੰਥ ਨੂੰ ਮੰਨਣਾ ਪਊਗਾ। ਹਾਂ ਵਿੱਚ ਜੇ ਸਾਰੇ, ਕਿਉਂਕਿ ਇਹ ਅਧਿਕਾਰ ਸਤਿਗੁਰਾਂ ਜੀ ਨੇ ਦੇ ਦਿੱਤਾ। ਧੰਨ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਆਪ ਮੰਨਿਆ। ਹਾਂਜੀ, ਆਪ ਮੰਨਿਆ ਪੰਥ ਦਾ ਫੈਸਲਾ। ਦਾਦੂ ਦੀ ਸਮਾਧ ਵੱਲ ਨੂੰ ਜਿਹੜਾ ਜਦੋਂ ਸੁਖਮਨੀ ਸਾਹਿਬ ਦਾ ਭੋਗ ਪਾਇਆ ਉਹਨਾਂ ਨੇ, ਤੇ ਦਾਦੂ ਦੀ ਸਮਾਧ ਵੱਲ ਨੂੰ ਮੱਥਾ ਟੇਕਿਆ ਗਿਆ। ਉਹਨਾਂ ਤਾਂ ਵੈਸੇ ਹੀ ਟੇਕਿਆ ਸੀ ਮੱਥਾ, ਸਿਰ ਝੁਕਾਇਆ ਸੀ, ਕਿਉਂਕਿ ਸਾਪਾਂ ਨੂੰ ਹੁਕਮ ਹੈ ਕਿ ਜਦੋਂ ਅਸੀਂ ਪਾਠ ਦਾ ਭੋਗ ਪਾਉਂਦੇ ਹਾਂ ਸਿਰ ਝੁਕਾਉਂਦੇ ਹਾਂ। ਤੇ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਤਨਖਾਹ ਲਾਈ ਸੀ। ਇਤਿਹਾਸਕ ਤੱਥ ਮੌਜੂਦ ਹਨ। ਸੋ ਕਹਿਣ ਤੋਂ ਚਮਕੌਰ ਦੀ ਗੜੀ ਦਾ ਛੱਡਣਾ, ਗੁਰੂ ਸਾਹਿਬ ਜੀ ਨੇ ਕਦੇ ਵੀ ਸਿੱਖਾਂ ਦੀ ਗੱਲ ਮੋੜੀ ਨਹੀਂ। ਇੱਥੇ ਹੀ ਨਹੀਂ ਹੈ, ਗੁਰੂ ਅਰਜਨ ਪਾਤਸ਼ਾਹ ਨੂੰ ਜਦੋਂ ਕਹੀ ਗਈ ਹੈ ਗੱਲ ਕਿ ਸੱਚੇ ਪਾਤਸ਼ਾਹ ਅਸੀਂ ਉਹ ਰਿਸ਼ਤਾ ਨਹੀਂ ਲੈਣਾ ਚੰਦੂ ਵਾਲੀ ਗੱਲ ਦਾ, ਤੇ ਗੁਰਦੇਵ ਜੀ ਨੇ ਕਿਹਾ ਵੀ ਠੀਕ ਹੈ, ਕਦੇ ਮੋੜਿਆ ਨਹੀਂ ਹੈ ਸਿੱਖਾਂ ਜੋ ਪੰਥ ਦਾ ਫੈਸਲਾ ਕਦੇ ਵੀ ਨਹੀਂ ਮੋੜਿਆ, ਕਦੇ ਵੀ ਨਹੀਂ ਮੋੜਿਆ। ਐਸਾ ਕੁਝ ਹੋਇਆ ਕਿ ਜਿੱਦਾਂ ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਪੂਰਨਤਾ ਕਰਤੀ ਤੇ ਉਹ ਮੁੜ ਕੇ ਉਹ ਪਾਲਣ ਦੇ ਉੱਤੇ ਨਹੀਂ ਬੈਠੇ, ਉਹ ਥੱਲੇ ਬਹਿੰਦੇ ਰਹੇ ਜੀ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਜਿਹੜੀ ਆ ਬਖਸ਼ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਔਰ ਸਾਨੂੰ ਹੁਕਮ ਕਰਤਾ, ਉਸ ਤੋਂ ਬਾਅਦ ਕਿੰਨਾ ਵਕਫਾ ਹੈ ਕਿ ਸਰੀਰਕ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਸਾਡੇ ਵਿੱਚ ਰਹੇ। ਮੈਂ ਇਹਦੇ ਬਾਰੇ ਸ਼ਿਓਰ ਨਹੀਂ ਹੈਗਾ, ਹਾਂ, ਲੇਕਿਨ ਥੋੜਾ ਸਮਾਂ ਸੀ, ਕੁਝ ਦਿਨਾਂ ਦਾ ਸਮਾਂ, ਥੋੜਾ ਸਮਾਂ ਸੀਗਾ। ਇਹਦੇ ਬਾਰੇ ਮੈਨੂੰ ਦੇਖਣਾ ਪਊਗਾ, ਕਿਉਂਕਿ ਕਈ ਵਾਰੀ ਚੀਜ਼ਾਂ ਇੱਦਾਂ ਹੁੰਦੀਆਂ ਮੈਂ ਐਵੇਂ ਆਪਾਂ ਇਤਿਹਾਸਕ ਤੱਥ ਨੂੰ ਕਹਿ ਦਈਏ। ਇਹ ਇੰਨਾ ਯਕੀਨ ਹੈ ਕਿ ਗੁਰੂ ਸਾਹਿਬ ਜੀ ਨੇ ਗੁਰਗੱਦੀ ਦਿੱਤੀ ਹੈ, ਔਰ ਆਪ ਮੱਥਾ ਟੇਕਿਆ ਹੈ, ਸਿੱਖਾਂ ਨੂੰ ਹੁਕਮ ਕੀਤਾ ਕਿ ਤੁਹਾਡੇ ਇਸ਼ਟ ਇਹੀ ਹਨ। ਵੈਸੇ ਸਹੀ ਮਾਇਨਿਆਂ ਚ ਬਾਣੀ ਚ ਪਹਿਲਾਂ ਹੀ ਦਰਜ ਕਰ ਦਿੱਤਾ, ਬਾਣੀ ਗੁਰੂ ਹੈ ਬਾਣੀ, ਸ਼ਬਦ ਗੁਰੂ ਸੁਰਤ ਤੋਂ ਨਿਚੇਲਾ। ਸੋ ਇਹ ਗੱਲਾਂ ਚੀਜ਼ਾਂ ਗੁਰਦੇਵ ਜੀ ਨੇ ਕੋਈ 10ਵੇਂ ਨਾਨਕ ਪਾਤਸ਼ਾਹ ਨੇ ਕੋਈ ਨਵੀਂ ਚੀਜ਼ ਨਹੀਂ ਕੀਤੀ, ਉਹਨੂੰ ਸਿਰਫ ਸੰਪੂਰਨਤਾ ਦਿੱਤੀ ਹੈ। ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਿਹੜੇ ਇਹ ਮੈਨੂੰ ਇਉਂ ਲੱਗਦਾ ਆ ਕਿ ਜਿਹੜੇ ਗੁਰਸਿੱਖ ਵੀਰ ਇਸ ਤਰ੍ਹਾਂ ਪ੍ਰਕਾਸ਼ ਕਰ ਰਹੇ ਆ ਨਾ, ਉਹ ਸ਼ਾਇਦ ਇਸ ਚੀਜ਼ ਨੂੰ ਜਤਾਉਣਾ ਚਾਹੁੰਦੇ ਆ ਕਿ ਉਹਨਾਂ ਦਾ ਕਈ ਦਸਮ ਗ੍ਰੰਥ ਦੇ ਵਿਰੋਧ ਦੇ ਵਿੱਚ ਵੀ ਹਨ, ਵੀ ਸ਼ਾਇਦ ਉਹਨਾਂ ਨੂੰ ਇਹ ਚੀਜ਼ ਦਾ ਦਰਸਾਉਣਾ ਚਾਹੁੰਦੇ ਹੋਣ ਵੀ ਅਸੀਂ ਇਹ ਚੀਜ਼ ਕਰਨੀ ਆ, ਵੀ ਸਾਡੇ ਲਈ ਇਹ ਵੀ ਇਸ਼ਟ ਆ, ਹੈ ਨਾ। ਪਰ ਆਪਾਂ ਇਸ ਤਰ੍ਹਾਂ ਚੀਜ਼ ਤੋਂ ਥੋੜ੍ਹੀ ਜਿਹੀ ਸੋਚ ਦੇ ਨਾਲ ਗੁਰੇਜ਼ ਕਰੀਏ। ਇਹ ਨਹੀਂ ਹੈ ਕਿ ਅਸੀਂ ਕੋਈ ਪ੍ਰਸਾਦ ਕਰਨਾ ਜਾਂ ਕੋਈ ਸਤਿਕਾਰ ਦੇ। ਮੈਂ ਸਿਰਫ ਬੇਨਤੀ ਇਹ ਕਰੂੰਗਾ ਕਿ ਜੋ ਸਾਨੂੰ ਅਕਾਲ ਤਖ਼ਤ ਸਾਹਿਬ ਦੀ ਦਿਸ਼ਾ ਨਿਰਦੇਸ਼ ਵੀ ਇਹੀ ਗੱਲ ਕਹਿ ਰਹੀ ਹੈ, ਰਹਿਤ ਮਰਜ਼ਾਦਾ ਵੀ ਇਹੀ ਗੱਲ ਕਰੀ, ਆਦੇਸ਼ ਵੀ ਇਹੀ ਜਾਰੀ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਹੋਰ ਆਪਾਂ ਕਿਸੇ ਵੀ ਧਾਰਮਿਕ ਗ੍ਰੰਥ, ਧਾਰਮਿਕ ਪੋਥੀ ਸਤਿਕਾਰਯੋਗ ਆ ਸਾਰੀਆਂ, ਉਹਦਾ ਪ੍ਰਕਾਸ਼ ਕਰਕੇ ਬਕਾਇਦਾ ਚੌਰ ਨਹੀਂ ਕਰਨਾ। ਇਹ ਆਪਾਂ ਨੂੰ ਮਨਾਹੀ ਆ ਪੰਥਕ ਤੌਰ ਤੇ। ਜੇ ਨਾਲੇ ਆਪਾਂ ਜੇ ਕੁਛ ਇੱਦਾਂ ਵੀ ਮਹਿਸੂਸ ਆਪਾਂ ਸਾਰੀ ਦੁਨੀਆ ਤੇ ਸਾਰੇ ਲੋਕਾਂ ਨੂੰ ਕਹਿੰਦੇ ਸਾਡਾ ਇੱਕੋ ਹੀ ਗੁਰੂ ਆ ਸ੍ਰੀ ਗੁਰੂ ਗ੍ਰੰਥ ਸਾਹਿਬ, ਤੇ ਜਦੋਂ ਇੱਕੋ ਚੌਰ ਦੇ ਥੱਲੇ ਇੱਕੋ ਸਾਹਿਬ ਦੇ ਥੱਲੇ 2 ਪੋਥੀਆਂ ਰੱਖੀਆਂ ਹੋਣ ਜਾਂ 2 ਗ੍ਰੰਥ ਰਹੇ ਤੇ 2 ਚੌਰ ਝੁਲਦੇ ਹੋਣ, ਤੇ ਆਮ ਸੰਗਤ ਜਿਹੜੀ ਆ ਜਾਂ ਬਾਹਰੋਂ ਆਉਣ ਵਾਲਾ ਬੰਦਾ ਇੱਕ ਵਾਰੀ ਤਾਂ ਕਨਫਿਊਜ਼ਨ ਵਿੱਚ ਪੈ ਜਾਂਦਾ ਵੀ ਗੱਲ ਕੀ ਆ, ਇਹ ਕਹਿੰਦੇ ਕੁਛ ਹੋ ਰਿਹਾ ਕਰਦੇ ਕੁਛ ਹੋ ਰਿਹਾ। ਮੇਰਾ ਵੈਸੇ ਇੱਕ ਨਿੱਜੀ ਵਿਚਾਰ ਹੋਰ ਵੀ ਹੈ ਕਿ ਜੇ ਦੋ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਹੋਏ ਨਾ, ਮੈਂ ਇਹ ਵੀ ਨਹੀਂ ਚਾਹੁੰਦਾ ਹੈ ਬਈ ਇੱਕ ਹਾਲ ਦੇ ਵਿੱਚ 2 ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ। ਮੇਰਾ ਨਿੱਜੀ ਵਿਚਾਰ ਹੈ, ਬਹੁਤ ਸਾਰੇ ਗੁਰਦੁਆਰੇ ਸਾਹਿਬਾਨਾਂ 'ਚ ਇਸ ਤਰ੍ਹਾਂ ਹੈ। ਮੇਰਾ ਮਨ ਜਿਹੜਾ ਆ ਇਸ ਚੀਜ਼ ਨੂੰ ਮੰਨਦਾ ਨਹੀਂ ਹੈ। ਮੈਂ ਮਤਲਬ ਹੋ ਸਕਦਾ ਮੈਂ ਗਲਤ ਹੋਵਾਂ, ਕਿਉਂਕਿ ਮੈਂ ਇਹ ਚਾਹੁੰਦਾ ਕਿ ਸਤਿਕਾਰ ਸਤਿਗੁਰੂ ਜੀ ਦਾ ਬਰਕਰਾਰ ਨਹੀਂ ਰਹਿੰਦਾ। ਜਿਹੜਾ ਏਕੇ ਦੇ ਨਾਲ ਸਤਿਕਾਰ ਹੁੰਦਾ ਉਹ ਸਤਿਕਾਰ ਬਰਕਰਾਰ ਨਹੀਂ ਰਹਿੰਦਾ। ਜਿੱਦਾਂ ਕਈ ਵਾਰੀ ਇਦਾਂ ਵੀ ਹੋ ਜਾਂਦਾ 40 50 ਅਖੰਡ ਪਾਠ ਸਾਹਿਬ ਰੱਖ ਦਿੰਦੇ ਆ। ਮੈਂ ਉਹੀ ਗੱਲ ਕਰ ਰਿਹਾ ਸੀ। ਦੇਖੋ ਹੈ ਤਾਂ ਸਾਡੇ ਇਸ਼ਟ ਆ ਨਾ, ਸਾਡੇ ਗੁਰਦੇਵ ਆ, ਇਹ ਬੜੇ ਸੰਵੇਦਨਸ਼ੀਲ ਮੁੱਦੇ ਆ। ਇਹਨਾਂ ਤੇ ਬੋਲਣ ਲੱਗਿਆਂ ਪ੍ਰਚਾਰਕ ਨੂੰ ਜਾਂ ਮੀਡੀਏ ਨੂੰ ਬੜਾ ਕੁਝ ਸੋਚਣਾ ਪੈਂਦਾ,
ਕਿਉਂਕਿ ਇਹ ਭਾਵਨਾ ਦੇ ਨਾਲ ਜੁੜੀ ਹੋਈ ਚੀਜ਼, ਸ਼ਰਧਾ ਦੇ ਨਾਲ ਜੁੜੀ ਹੋਈ ਚੀਜ਼ ਆ। ਅਸੀਂ ਤਾਂ ਵੱਧ ਤੋਂ ਵੱਧ ਸਤਿਕਾਰ ਕਰਨਾ ਹੈ ਗੁਰਦੇਵ ਜੀ ਦਾ। ਮੈਨੂੰ ਤਾਂ ਉਹ ਵੀ ਚੀਜ਼ ਚੰਗੀ ਨਹੀਂ ਲੱਗ ਰਹੀ। ਹਾਂ, ਅਗਰ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਹਾਲ ਹੈਗੇ, ਉਹਨਾਂ ਵਿੱਚ ਹੋ ਜਾਣਾ ਇੱਕ ਵੱਖਰੀ ਗੱਲ ਆ। ਔਰ ਮੈਂ ਇਹ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਦੇ ਸਤਿਕਾਰ ਸੰਬੰਧੀ, ਜਿਵੇਂ ਹੁਣ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛਾਪਣ ਦੇ ਸੰਬੰਧੀ ਹੈ, ਕਿਉਂਕਿ ਜਿਹੜੀਆਂ ਹੁਣ ਜੀ ਆਪਾਂ ਉਸ ਫਰਮ ਦਾ ਨਾਮ ਵੀ ਲਈਏ, ਚਤਰ ਸਿੰਘ, ਜੀਵਨ ਸਿੰਘ ਹੋਣੀ, ਕੋਈ ਜੋ ਕੁਛ ਹੋਇਆ ਆਪਾਂ ਨੂੰ ਸਾਰਿਆਂ ਨੂੰ ਪਤਾ, ਜਾਂ ਹੋਰ ਵੀ ਸਾਡੇ ਕੋਲ ਸਤਿਗੁਰੂ ਜੀ ਦੇ ਸਰੂਪ ਹੈਗੇ ਆ, ਅਸੀਂ ਦੇਖਦੇ ਬੜੀਆਂ ਗਲਤੀਆਂ ਉਹਨਾਂ ਦੇ ਵਿੱਚ, ਬਹੁਤ ਸਾਰੀਆਂ ਗਲਤੀਆਂ ਕੀਤੀਆਂ ਪ੍ਰਿੰਟਿੰਗ ਦੇ ਵਿੱਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਰੂਪ ਤਿਆਰ ਕੀਤੇ ਗਏ ਆ, ਉਹਨਾਂ 'ਚ ਗਲਤੀਆਂ ਨਹੀਂ ਹੈ। ਉਹ ਸਰੂਪ ਜਿਹੜੇ ਆ ਉਹਨਾਂ ਨੇ ਕਾਫੀ ਸੋਧ ਕੇ ਤਿਆਰ ਕੀਤੇ ਹੋਏ ਆ। ਸੋ ਮੈਂ ਇਹੀ ਬੇਨਤੀ ਕਰਦਾ ਨਾ ਕਿ ਜਿਹੜੀਆਂ ਪੋਥੀਆਂ ਵੀ ਲੈਣੀਆਂ, ਗੁਟਕੇ ਵੀ ਲੈਣੇ ਆ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਵੋ, ਜਿਹੜਾ ਉਹਨਾਂ ਦੇ ਛਾਪੇ ਵਾਲੇ। ਹੁਣ ਤਾਂ ਸ਼੍ਰੋਮਣੀ ਕਮੇਟੀ ਨੇ ਸਾਰਾ ਆਪਣੇ ਅੰਡਰ ਹੀ ਲੈ ਲਿਆ ਨਾ, ਇਹ ਪਹਿਲਾਂ ਲੈਣਾ ਚਾਹੀਦਾ ਸੀ। ਬਹੁਤ ਕੁਝ ਛਾਪ ਕੇ ਬਾਹਰ ਆ ਚੁੱਕਾ, ਪਹਿਲਾਂ ਕਰਨਾ ਚਾਹੀਦਾ ਸੀ। ਤੇ ਬੜੀ ਇਹ, ਕਿਉਂਕਿ ਸਾਡਾ ਬਹੁਤ ਸਰਮਾਇਆ ਤੇ ਸਾਡਾ ਚਲਾ ਗਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ। ਬਹੁਤ ਜ਼ਿਆਦਾ ਪਹਿਲੇ ਇਤਿਹਾਸ ਨਹੀਂ ਲਿਖਿਆ ਸੀ ਤੇ ਦੂਸਰਾ 500 ਸਰੂਪ ਤਾਂ ਅਫਗਾਨਿਸਤਾਨ ਵੱਲੋਂ, 500 ਸਰੂਪ ਪਾਕਿਸਤਾਨ ਵੱਲੋਂ ਵੰਡ ਵੇਲੇ ਆਏ ਹੋ ਸੀ। 500 ਸਰੂਪ ਇਹਨਾਂ ਨੇ ਇਕੱਠੇ ਕੀਤੇ ਸੀਗੇ ਜਿਹੜੇ ਹਿੰਦੁਸਤਾਨ ਦੇ ਵਿੱਚੋਂ। 1500 ਸਰੂਪ, 15 ਜਿਹੜੇ ਪੁਰਾਤਨ ਸਰੂਪ, ਬਿਰਧ ਨਹੀਂ, ਜਿਹੜੇ ਪੁਰਾਤਨ ਸਰੂਪ ਸੀ, 1500 ਸਰੂਪ ਜਿਹੜੇ ਸੀਗੇ ਸਤਿਗੁਰੂ ਜੀ ਦੇ, ਉਹ ਉੱਥੇ ਰੱਖੇ ਹੋਏ ਸੀ। ਉਹਨਾਂ ਵਿੱਚੋਂ ਕੁਝ ਸਾੜ ਦਿੱਤੇ ਗਏ, ਕੁਝ ਇਹ ਬੰਨ੍ਹ ਕੇ ਲੈ ਗਏ ਆ, ਹੋਰ ਸਾਡਾ ਬਹੁਤ ਸਾਰਾ ਕੀਮਤੀ ਜਿਹੜਾ ਇਤਿਹਾਸ ਆ ਉਹ ਲੈ ਗਿਆ ਆ। ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਇੱਧਰ ਜ਼ਿਆਦਾ ਧਿਆਨ ਦੇਣਾ ਚਾਹੀਦਾ। ਉਹਦੇ ਵਿੱਚ ਪਤਾ ਨਹੀਂ ਕਿੰਨੀ ਕੁ ਮਿਲਾਵਟ ਕਰ ਦੇਣੀ ਆ ਉਹਨਾਂ ਨੇ, ਕਿੰਨੀ ਕੁ ਕਰ ਦੇਣੀ ਆ। ਦੂਸਰੀ ਇਹ ਗੱਲ ਆ ਕਿ ਜਿਹੜੀਆਂ ਏਜੰਸੀਆਂ ਹੁੰਦੀਆਂ ਆ, ਸ਼ਰਾਰਤੀ ਲੋਕ ਹੁੰਦੇ ਆ, ਜਿਵੇਂ ਅੰਗਰੇਜ਼ਾਂ ਦੇ ਵੇਲੇ ਸੀ, ਸਰਕਾਰ ਦੇ ਵੇਲੇ ਵੀ ਆ, ਗਾਂ ਵੀ ਹੁੰਦਾ ਰਹਿਣਾ, ਉਹਨਾਂ ਤੋਂ ਵੀ ਸੁਚੇਤ ਹੋਣ ਦੀ ਲੋੜ ਆ। ਉਹ ਸਾਡੀ ਭਾਵਨਾ ਨੂੰ ਮੁੱਖ ਰੱਖ ਕੇ ਇਹਨਾਂ ਮੁੱਦਿਆਂ ਨੂੰ ਉਛਾਲ ਦਿੰਦੇ ਆ। ਉਹਦੇ ਵਿੱਚ ਸਿੱਖਾਂ ਦਾ ਆਪਸ ਵਿੱਚ ਵਿਰੋਧ ਚੱਲ ਪੈਂਦਾ। ਹਾਂ, ਇਹ ਆ ਜਿਹੜਾ ਤੁਸੀਂ ਪੁਆਇੰਟ ਕੀਤਾ, ਮੈਂ ਇਹਦੇ ਵਿੱਚ ਥੋੜ੍ਹਾ ਐਡ ਕਰਨਾ ਚਾਹੁੰਦਾ ਕਿ ਵੈਸੇ ਤਾਂ ਹਮੇਸ਼ਾ ਏਕਤਾ ਦੀ ਲੋੜ ਆ, ਪਰ ਇਸ ਸਮੇਂ ਤਾਂ ਪੰਥ ਨੂੰ, ਕੌਮ ਨੂੰ ਬਹੁਤ ਜ਼ਿਆਦਾ ਏਕਤਾ ਦੀ ਲੋੜ ਆ। ਬਹੁਤ ਜ਼ਿਆਦਾ। ਅਤੇ ਧੜੇਬੰਦੀਆਂ, ਜਥੇਬੰਦੀਆਂ, ਚਲੋ ਪੰਥ ਦਾ ਇੱਕ ਆ ਗਿਆ ਇਸ ਵੇਲੇ ਸਾਡੇ ਕੋਲ ਹੈਗੀਆਂ, ਪਰ ਉਹਨਾਂ ਦੇ ਵਿੱਚ ਜੇ ਅਸੀਂ ਹੋਰ ਦੁਬਿਧਾ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੀ ਪੰਥ ਦੀ ਬਣਾਈ ਇੱਕ ਰਹਿਤ ਮਰਿਆਦਾ ਹੈਗੀ ਆ, ਉਹਦੇ ਵਿੱਚ ਵੀ ਨਾ ਅਸੀਂ ਇਕੱਠੇ ਹੋਵਾਂਗੇ ਤੇ ਮੇਰੇ ਖਿਆਲ ਦੇ ਵਿੱਚ ਅਸੀਂ ਬਜਾਏ ਕਿ ਕੌਮ ਨੂੰ ਕੁਛ ਦੇਣਾ ਜਾਂ ਪੰਥ ਨੂੰ ਕੁਛ ਦੇਣਾ ਜਾਂ ਆਪਣੀ ਸੰਗਤ ਨੂੰ ਕੁਛ ਦੇਣਾ, ਉਹਦੇ ਉਲਟ ਕੋਈ ਨਾ ਕੋਈ ਨੁਕਸਾਨ ਕਰ ਬੈਠਾ ਹੈ। ਬਿਲਕੁਲ ਸਹੀ ਗੱਲ ਆ ਤੁਹਾਡੀ। ਮੈਂ ਤਾਂ ਇਹ ਬੇਨਤੀ ਕਰਦਾ ਹੁੰਦਾ ਸਾਰੀਆਂ ਜਥੇਬੰਦੀਆਂ ਨੂੰ ਵੀ ਦੇਖੋ, ਜਥੇਬੰਦੀ ਸਾਡਾ ਹੈ ਪਰਿਵਾਰ, ਪਰਿਵਾਰ ਦੇ ਵਿੱਚ ਵਿਚਰੋ, ਪਰਿਵਾਰ ਦੇ ਵਿੱਚ ਰਹੋ, ਪਰਿਵਾਰ ਦੀ ਸੰਗਤ ਕਰੋ, ਪਰਿਵਾਰ ਵਧੇ ਤੁਹਾਡਾ, ਹੈ ਨਾ। ਪਰ ਇੱਕ ਦੂਸਰੇ ਜਥੇਬੰਦੀ ਦਾ ਵਿਰੋਧ ਨਾ ਕਰੋ। ਦੂਸਰਾ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ ਨੂੰ, ਜੇ ਅਸੀਂ ਸਮਰਪਿਤ ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ, ਤੇ ਫਿਰ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਰਹਿਤ ਮਰਜ਼ਾਦਾ ਨੂੰ ਵੀ ਸਮਰਪਿਤ ਹੋਣਾ ਪਊਗਾ। ਉਹਦਾ ਵੀ ਵਿਰੋਧ ਨਾ ਕਰੋ। ਹੋ ਸਕਦਾ ਹੈ ਉਹਦੇ ਵਿੱਚ ਕੁਝ ਮੱਦਾਂ ਵਿੱਚ ਉਣਤਾ ਹੀ ਹੋਵੇ, ਲੇਕਿਨ ਉਹ ਸਾਡਾ ਮੱਧ ਮਾਰਗ ਆ ਇੱਕ, ਉਹਨੂੰ ਮਿਨੀਮਮ ਆ, ਉੱਥੇ ਅਸੀਂ ਆਪਣੇ ਆਪ ਨੂੰ ਸਮਝੌਤਾ ਕਰ ਸਕਦੇ ਹਾਂ। ਜੇ ਅਸੀਂ ਉੱਥੇ ਸਮਝੌਤਾ ਕਰਕੇ, ਤੁਹਾਨੂੰ ਹੋ ਸਕਦਾ, ਜਿਵੇਂ ਆਪਾਂ ਹੁਣ ਗੱਲ ਕਰਦੇ ਹਾਂ, ਹੋ ਸਕਦਾ ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਹੋ, ਨਾਨਕ ਹੋਸੀ ਵੀ ਸੱਚ ਦਾ, ਹੋ ਸਕਦਾ ਮੈਂ ਕਰਦਾ ਵਾਂ ਗੁਰਪ੍ਰਸਾਦ ਤੱਕ, ਕਿਉਂਕਿ ਰਹਿਤ ਮਰਜ਼ਾਦਾ ਜੋ ਰਹਿਤ ਮਰਜ਼ਾਦਾ ਕਹਿ ਰਹੀ ਵੀ ਗੁਰਪ੍ਰਸਾਦ ਤੱਕ, ਅੱਛਾ ਗੁਰਪ੍ਰਸਾਦ ਤੱਕ ਜੇ ਕਰ ਲੈਂਦੇ ਆ, ਇੱਥੇ ਸਾਡੀ ਸਹਿਮਤੀ ਹੋ ਜਾਂਦੀ ਆ। ਅਗਰ ਕੋਈ ਵੱਧ ਵੀ ਪੜ੍ਹ ਲੈਂਦਾ, ਕੋਈ ਇਤਰਾਜ਼ ਥੋੜ੍ਹਾ ਕਿਸੇ ਨੂੰ, ਪਰ ਪੰਥਕ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ, ਦੂਸਰੇ ਧਰਮਾਂ ਦੇ ਨਾਲ ਵਿਚਰਾਂਗੇ, ਦੂਸਰੇ ਧਰਮਾਂ ਨਾਲ ਸਾਡੀਆਂ ਮੀਟਿੰਗਾਂ ਹੋਣਗੀਆਂ, ਤੇ ਸਾਡੇ ਕੋਲੋਂ ਕੋਡ ਆਫ ਕੰਡਕਟ ਚਾਹੀਦਾ, ਉੱਥੇ ਉਹੀ ਦੇਣਾ ਪਊਗਾ। ਉੱਥੇ ਸਾਨੂੰ ਇਹ ਚੀਜ਼ਾਂ ਦੱਸਣੀਆਂ ਪੈਣਗੀਆਂ ਬਈ ਸਾਡਾ ਆਹ ਆ ਮਿਨੀਮਮ, ਸਾਡਾ ਉੱਥੇ ਅਸੀਂ ਜੇ ਅਸੀਂ ਆਪੋ ਆਪਣੀ ਜਥੇਬੰਦੀ ਦਾ ਦੇਵਾਂਗੇ ਤੇ ਪੰਥ ਤਾਂ ਰਿਹਾ ਹੀ ਨਾ। ਮੈਂ ਇਹੀ ਗੱਲ ਕਰ ਰਿਹਾ ਵੀ ਕੁਝ ਮੁੱਦੇ ਇੱਦਾਂ ਦੇ ਆ ਜਿਨ੍ਹਾਂ ਨੂੰ ਅਸੀਂ ਛੇੜਦੇ ਆ, ਜਿਨ੍ਹਾਂ ਦੇ ਵਿੱਚ ਮੂਲ ਮੰਤਰ ਦਾ ਹੋ ਗਿਆ, ਰਾਗਮਾਲਾ ਦਾ ਹੋ ਗਿਆ, ਮਾਸ ਦਾ ਹੋ ਗਿਆ, ਹੋਰ ਕੁਝ ਮੁੱਦੇ ਵੀ ਹੋ ਸਕਦੇ, ਨਿਤਨੇਮ ਦੀਆਂ ਬਾਣੀਆਂ ਦੇ ਸੰਬੰਧੀ ਹੋ ਗਿਆ। ਮੇਰੇ ਹਿਸਾਬ ਦੇ ਨਾਲ ਜੇ ਇਹਨਾਂ ਨੂੰ ਕਰ ਵੀ ਇੱਥੋਂ ਤੱਕ ਸਹਿਮਤ ਵੀ ਰੱਖਿਆ ਜਾਵੇ, ਨਿੱਜੀ ਤੌਰ ਤੇ ਕੋਈ ਸੁਖਮਨੀ ਸਾਹਿਬ ਜੀ ਦਾ ਪਾਠ ਕਰੀ ਜਾਵੇ, ਨਿੱਜੀ ਤੌਰ ਤੇ ਕੋਈ ਆਸਾ ਜੀ ਦੀ ਵਾਰ ਦਾ ਨਿਤਨੇਮ ਨਾਲ ਜੋੜਿਆ ਹੋਵੇ, ਜੇ ਇਹਨਾਂ ਚੀਜ਼ਾਂ ਨੂੰ ਪੰਥਕ ਤੌਰ ਤੇ ਕਹਿ ਦਿੱਤਾ ਜੇ ਪੰਥਕ ਤੌਰ ਤੇ ਆਇਓ, ਤੇ ਉਸ ਟਿਕਾਓ ਦੇ ਵਿੱਚ ਸਾਡਾ ਜਿਹੜਾ ਆ ਨੇੜਤਾ ਵੱਧ ਸਕਦੀ ਹੈ, ਅਸੀਂ ਕਿਸੇ ਪ੍ਰਾਪਤੀ ਵੱਲ ਆ ਸਕਦੇ ਹਾਂ, ਸਾਡਾ ਨਿਸ਼ਾਨਾ ਇੱਕ ਹੋ ਸਕਦਾ ਆ। ਮੈਂ ਕਿਸੇ ਗੁਰਮੁਖ ਪਿਆਰਿਆਂ ਨੂੰ, ਜੋ ਬਹੁਤ ਬਜ਼ੁਰਗ ਹੋ ਗਏ ਸੀ, ਸਿਆਣੇ ਸੀਗੇ, ਵਿਚਰੇ ਸੀਗੇ ਸੰਸਥਾਵਾਂ ਦੇ ਵਿੱਚ, ਜ਼ਿਆਦਾਤਰ ਉਹ ਟਕਸਾਲ ਦੇ ਨਾਲ, ਦਮਦਮੀ ਟਕਸਾਲ ਦੇ ਨਾਲ ਜ਼ਿਆਦਾ ਵਿਚਰੇ ਸੀ, ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਪੰਥ ਕਿਵੇਂ ਇਸ ਤਰ੍ਹਾਂ ਹੋਵੇ। ਕਹਿੰਦੇ ਅੱਜ ਪੰਥ ਇੱਕ ਰਹਿਤ ਮਰਜ਼ਾਦਾ ਨੂੰ ਅਪਣਾ ਲਵੇ,
ਦੂਸਰੇ ਦਿਨ ਸਵੇਰੇ ਜਿਹੜੀਆਂ ਵੱਡੀਆਂ ਵੱਡੀਆਂ ਤਾਕਤਾਂ ਆ ਪੰਥ ਦੇ ਗੋਡਿਆਂ ਥੱਲੇ ਹੋਣਗੀਆਂ। ਇਹ ਸ਼ਬਦਾਵਲੀ ਉਹਨਾਂ ਦੀ ਸੀ। ਮੈਨੂੰ ਇਹ ਵਧੀਆ ਲੱਗੀ ਉਹਨਾਂ ਦੀ, ਇਹ ਗੱਲ ਬਿਲਕੁਲ ਸਹੀ ਹੈ। ਅੱਜ ਅਸੀਂ ਇਕੱਠੇ ਹੋ ਕੇ ਬੈਠੇ ਵੀ ਸਾਡਾ ਆਹ ਆ ਨਿਸ਼ਾਨ, ਅਸੀਂ ਕਹਿੰਦੇ ਥੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਪਰ ਮਾਫ ਕਰਨਾ ਭਾਈ ਸਾਹਿਬ ਮੰਨਦੇ ਨਹੀਂ ਹੈ ਅਸੀਂ। ਇਹ ਸਾਡੇ ਸਿਧਾਂਤ, ਅਸੀਂ ਕਹਿੰਦੇ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪਰ ਆਪਾਂ ਦੇਖ ਲਓ ਜਿਨ੍ਹਾਂ ਦੇ ਨਾਂ ਤੇ ਕਈ ਕੁਛ ਵੈਸੇ ਹੁੰਦਾ, ਜੇ ਉਧਰੋਂ ਆਪਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੂੰ ਲੈ ਲਈਏ, ਇੱਧਰੋਂ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਲੈ ਲਈਏ, ਜਰਨੈਲ ਸਿੰਘ ਭਿੰਡਰਾਂਵਾਲੇ ਲੈ, ਜਦੋਂ ਉਹਨਾਂ ਦੀ ਸੋਚਣੀ ਦਾ ਆਪਾਂ ਅਰਥਾ ਤਾਂ ਤੇ ਕਰਦੇ ਹਾਂ ਤੇ ਕੋਈ ਫਰਕ ਨਹੀਂ ਹੈ। 19-21 ਦਾ ਵੀ ਫਰਕ ਨਹੀਂ। ਤੁਸੀਂ ਹੈਰਾਨ ਰਹਿ ਜਾਓਗੇ, ਇਹਨਾਂ ਵੀ ਫਰਕ ਨਹੀਂ। ਮੈਂ ਤੁਹਾਨੂੰ ਦੱਸਦਾ, ਪਰ ਅਸੀਂ ਜਿਹੜੇ ਉਹਨਾਂ ਨੂੰ ਮਾੜਾ ਮੋਟਾ ਵੀ ਮੰਨਵਜਾ ਉਹਨਾਂ ਜੱਥਿਆਂ ਉਹ ਕਿਹੜੇ ਤਰੀਕੇ ਨਾਲ? ਮੈਂ ਤੁਹਾਨੂੰ ਦੱਸਦਾ ਜੀ, ਸੰਤ ਗੁਰਬਚਨ ਸਿੰਘ ਹੋਣਾ ਨੇ, ਹਾਂਜੀ, ਬਾਬਾ ਸੁੰਦਰ ਸਿੰਘ ਜੀ ਹੋਣਾ ਭਿੰਡਰਾਂਵਾਲਿਆਂ ਦਾ ਜੀਵਨ ਲਿਖਿਆ। ਉਸ ਜੀਵਨ ਦੇ ਕਾਵਕ ਰੂਪ ਦੇ ਵਿੱਚ ਉਸ ਦੇ ਵਿੱਚ ਉਹ ਜ਼ਿਕਰ ਕਰਦੇ ਆ ਕਿ ਭਾਈ ਰਣਜੀਤ ਸਿੰਘ ਜੀ ਦੇ ਬਾਰੇ, ਜਿਹੜੀ ਉਹ ਰਕਾਬਗੰਜ ਦੀ ਕੰਧ ਢਾਈ ਹੈ ਉਹਦੇ ਸੰਬੰਧ ਦੇ ਵਿੱਚ। ਤੋਂ ਭਾਈ ਰਣਜੀਤ ਸਿੰਘ ਜੀ ਹੋਣਾ ਨੂੰ ਸਰਬ ਲੋਹ ਵਿੱਚ ਛਕਣ ਵਾਲੇ, 17 ਸਾਲ ਜੇਲ੍ਹ ਕੱਟੀ, ਇਸ ਤਰ੍ਹਾਂ ਉਹਨਾਂ ਦਾ ਜ਼ਿਕਰ ਕਰ ਰਿਹਾ ਹੈ ਔਰ ਉਹਨਾਂ ਨੂੰ ਸੰਤ ਕਹਿ ਕੇ ਕਹਿ ਰਿਹਾ ਹੈ। ਕਹਿੰਦੇ ਉਹਨਾਂ ਦੀ, ਮੈਂ ਕਹਿਣ ਦਾ ਭਾਵ ਕਿੰਨਾ ਪਿਆਰ ਸੀ ਉਹਨਾਂ ਦਾ। ਇਹ ਜਿਹੜੀਆਂ ਚੀਜ਼ਾਂ ਹੋਈਆਂ, ਇਹ ਹੋਈਆਂ ਜਿਹੜੇ ਗਾਂ ਹੁਣ ਜਥੇਬੰਦੀਆਂ ਦੀ ਗੱਲ ਲਾਈਏ, ਜਿਹੜੀਆਂ ਜਥੇਬੰਦੀਆਂ ਆ, ਜਿਹੜਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ 1921 ਦੇ ਵਿੱਚ 20 ਦੇ ਵਿੱਚ ਸ਼ੁਰੂ ਹੋ ਗਈ ਹੈ ਨਾ, ਤੇ ਅਖੰਡ ਕੀਰਤਨੀ ਜਥਾ ਜਦੋਂ ਗਦਰੀ ਬਾਬੇ ਇੱਧਰ ਆਏ ਆ ਉਦੋਂ ਕੀਰਤਨ ਕੀਤਾ ਉਹਨਾਂ ਨੇ, ਗਦਰੀ ਬਾਬਿਆਂ ਦੀ ਕਰਤਾਰ ਸਿੰਘ ਸਰਾਭਾ ਹੋਣਾ ਦੀ ਮਦਦ ਕੀਤੀ ਆ, ਉਸ ਜਥੇ ਦਾ ਨਾਂ ਅਖੰਡ ਕੀਰਤਨੀ ਜਥਾ ਪਿਆ ਹੈ ਨਾ। ਕੁਰਬਾਨੀਆਂ ਕੀਤੀਆਂ ਆ, ਗੁਰਦੁਆਰਾ ਸੁਧਾਰ ਲੈਣ ਹੁਣ ਉੱਠੀ ਆ। ਅੱਜ ਫਰਜ਼ ਕੀਤਾ, ਹੁਣ ਜਸਵੀਰ ਸਿੰਘ ਖੰਨੇ ਵਾਲੇ ਸੀ, ਉਹਨਾਂ ਨੇ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਆ, ਸੁਕਰਤ ਵਾਲਿਆਂ ਨੇ ਸ਼ੁਰੂ ਕੀਤਾ ਆ, ਹੁਣ ਬੜੂ ਸਾਹਿਬ ਵਾਲਿਆਂ ਨੇ ਸ਼ੁਰੂ ਕੀਤਾ ਆ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ, ਇਹ ਪੰਥ ਦੀ ਮੰਗ ਨੂੰ ਮੁੱਖ ਰੱਖਦੀਆਂ ਹੋਈਆਂ, ਪੰਥ ਦੀ ਲੋੜ ਨੂੰ ਮੁੱਖ ਰੱਖਦੀਆਂ ਸ਼ੁਰੂ ਹੋਈਆਂ ਆ। ਸੋ ਇਹ ਸਾਡਾ ਸਾਰਾ ਇੱਕ ਪੰਥ ਆ, ਸਾਰੀਆਂ ਜਥੇਬੰਦੀਆਂ ਦਾ ਸਮੂਹ ਇੱਕ ਪੰਥ ਆ। ਅਸੀਂ ਇਹਨਾਂ ਸਾਰੀਆਂ ਦਾ ਸਤਿਕਾਰ ਕਰਨਾ ਆ, ਪਰ ਪੰਥ ਆਇਆ ਜੇ ਅਸੀਂ ਇੱਕ ਝੰਡੇ ਥੱਲੇ, ਇੱਕ ਨਿਸ਼ਾਨ ਥੱਲੇ, ਇੱਕ ਸ਼ਬਦ ਥੱਲੇ, ਇੱਕ ਗੁਰੂ ਥੱਲੇ ਇਕੱਠੇ ਹੁੰਦੇ ਆ। ਤੇ ਅਸਲੀ ਮਕਸਦ ਹੈ ਵੀ ਜੇ ਅਸੀਂ ਧੜੇਬੰਦੀ ਤੌਰ 'ਤੇ ਆਪਣੀ ਹਉਮੈ ਨੂੰ ਥੋੜ੍ਹਾ ਜਿਹਾ ਛੱਡ ਕੇ ਵਾਕਈ ਪੰਥ ਨੂੰ ਸਮਰਪਿਤ ਹੋਵਾਂਗੇ। ਦੇਖੋ ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਅਸੀਂ ਜਥੇਬੰਦੀਆਂ ਰੱਖਣੀਆਂ, ਆਪਣੀ ਜਥੇਬੰਦੀ ਸਾਰਿਆਂ ਨੂੰ ਮੁਬਾਰਕ ਹੋਣੀ ਚਾਹੀਦੀ ਹੈ। ਜਥੇਬੰਦੀਆਂ ਜਦੋਂ ਪਏ, ਕਿਉਂਕਿ ਪੰਥ ਆ, ਪੰਥ ਵਿੱਚ ਹਜ਼ਾਰਾਂ ਜਥੇਬੰਦੀਆਂ ਹੋ ਸਕਦੀਆਂ, ਪਰ ਕੋਈ ਵੀ ਜਥੇਬੰਦੀ ਪੰਥ ਨਹੀਂ ਹੋ ਸਕਦੀ। ਫਰਕ ਉਦੋਂ ਪੈਂਦਾ ਜਦੋਂ ਅਸੀਂ ਇਹ ਕਹਿੰਦੇ ਹਾਂ ਮੇਰੀ ਜਥੇਬੰਦੀ ਜਿਹੜੀ ਆ ਉਹ ਸੁਪੀਰੀਅਰ ਆ, ਮੇਰੀ ਜਥੇਬੰਦੀ ਰਹਿਤ ਮੇਰਾ ਤੁਲਨਾ ਕਰਨ ਲੱਗ ਪੈਂਦੇ ਨਾ, ਉੱਥੇ ਆ ਕੇ ਫਰਕ ਪੈਂਦਾ। ਉੱਥੇ ਤਾਂ ਹੈ ਨਹੀਂ ਗੁਰੂ, ਅਸੀਂ ਫਿਰ ਜਥੇਬੰਦੀ ਦੇ ਸਿੰਘ ਬਣ ਜਾਂਦੇ ਨਾ। ਹਾਂ, ਬਣਨਾ ਅਸੀਂ ਖਾਲਸੇ ਆ, ਖਾਲਸੇ ਅਸੀਂ ਤਾਂ ਬਣਾਂਗੇ ਜਦੋਂ ਦੇ ਉੱਪਰ ਹੋਵਾਂਗੇ। ਸੋ ਇਹ ਆਪਾਂ ਖਾਲਸੇ ਬਣਨਾ ਹੈ। ਤੇ ਆਪਾਂ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਥੋੜ੍ਹਾ ਜਿਹਾ ਇਸ ਵਿਸ਼ੇ 'ਤੇ ਖੁਲਾਸਾ ਕੀਤਾ। ਅਤੇ ਅਸੀਂ ਸਾਂਝੇ ਤੌਰ 'ਤੇ ਸਮੁੱਚੇ ਪੰਥ ਦੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਕੋਈ ਮੁੱਦੇ ਇੱਦਾਂ ਦੇ ਹੈਗੇ ਪੰਥ ਦੇ ਵਿੱਚ ਜਿਨ੍ਹਾਂ ਨੂੰ ਦੇ ਉੱਤੇ ਕੋਈ ਗੜਬੜ ਪੈਦਾ ਹੁੰਦੀ ਆ ਜਾਂ ਜਿਹਦੇ ਵਿੱਚ ਹਜੇ ਪੂਰੀ ਸਹਿਮਤੀ ਨਹੀਂ ਗੀ, ਉਹਨਾਂ ਨੂੰ ਹੋਰ ਉਭਾਰਨਾ ਨਹੀਂ ਚਾਹੀਦਾ। ਪਰ ਜਿੱਥੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਦਾ ਮਸਲਾ ਆ, ਉਹ ਇੰਨਾ ਸਤਿਕਾਰ ਚਾਹੀਦਾ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਵੀ ਪੋਥੀ ਜਾਂ ਗ੍ਰੰਥ ਜਿਹੜਾ ਆ ਉਹਦਾ ਪ੍ਰਕਾਸ਼ ਬਰਾਬਰ 'ਤੇ ਨਹੀਂ ਹੋਣਾ ਚਾਹੀਦਾ। ਸਾਈਡ 'ਤੇ ਹੋ ਜਾਵੇ ਵੱਖਰੀ ਗੱਲ ਹੈ, ਉਹ ਵੀ ਚੌਦਵਾ ਸਾਹਿਬ ਲਾ ਕੇ ਨਹੀਂ ਤੇ ਚੌਰ ਸਾਹਿਬ ਨਹੀਂ ਹੋਣਾ ਚਾਹੀਦਾ। ਹੋ ਸਕਦਾ ਵੈਸੇ ਤਾਂ ਇਹ ਚੀਜ਼ ਹੈਗੀ ਆ ਕਿ ਆਪਾਂ ਇਸ ਚੀਜ਼ ਤੋਂ ਗੁਰੇਜ਼ ਹੀ ਕਰੀਏ। ਹਾਂ, ਕਿਉਂਕਿ ਫਿਰ ਵਧੀਆ ਢੰਗ ਨਾਲ ਇਕਾਗਰਤਾ ਬਣਦੀ ਆ। ਪਰ ਜੇ ਕੋਈ ਕਰਨਾ ਵੀ ਚਾਹੁੰਦਾ ਆ ਤੇ ਉਹਦੇ ਬਰਾਬਰ ਚੰਦੋਆ ਨਾ ਲਾਇਆ ਜਾਵੇ, ਚੌਰ ਸਾਹਿਬ ਨਾ ਕੀਤਾ। ਹਾਂ, ਜੇ ਕਰੀਏ ਤੇ ਗੁਰੂ ਸਾਹਿਬ ਦੇ ਸਨਮਾਨ ਨੂੰ ਮੁੱਖ ਰੱਖਦੇ ਹਾਂ, ਉਹਨਾਂ ਸਤਿਕਾਰ ਨੂੰ ਸੱਟ ਨਾ ਵੱਜੇ। ਹਾਂ, ਇਹੀ ਨਿਮਰਤਾ ਸਹਿਤ ਬੇਨਤੀ ਆ ਅੱਜ ਦੇ ਤੂੰ ਹੀ ਤੂੰ ਦੇ ਪ੍ਰੋਗਰਾਮ ਦੇ ਵਿੱਚ। ਕਿਉਂਕਿ ਜੇ ਅਸੀਂ ਵਾਕਿਆ ਕਹਿੰਦੇ ਹਾਂ ਵੀ ਤੂੰ ਹੀ ਤੂੰ ਆ, ਹੋਰ ਕੋਈ ਨਹੀਂ ਗਾ, ਅਤੇ ਉਹਨੂੰ ਵਾਕਿਆ ਸਾਨੂੰ ਤੂੰ ਹੀ ਤੂੰ ਦਾ ਜਿਹੜਾ ਦਰਜਾ ਦੇਣਾ ਪਵੇਗਾ ਔਰ ਦੇਣਾ ਚਾਹੀਦਾ, ਤਾਂ ਹੀ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰ ਸਕਦੇ ਹਾਂ। ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ, ਬਹੁਤ ਸਾਰੀਆਂ ਖਾਮੀਆਂ, ਬਹੁਤ ਸਾਰੀ ਹਉਮੈਆਂ ਸਾਡੇ ਵਿੱਚ। ਅਸੀਂ ਗੁਰੂ ਮਹਾਰਾਜ ਦੇ ਮੂਹਰੇ ਆਪ ਜੀ ਦੇ ਚਰਨਾਂ ਵਿੱਚ ਵੀ ਅਰਦਾਸ ਕਰਦੇ ਹਾਂ, ਕਿਰਪਾ ਕਰੋ, ਅਰਦਾਸ ਕਰੋ ਤਾਂ ਕਿ ਸਾਡੀਆਂ ਵੀ ਖਾਮੀਆਂ ਦੂਰ ਹੋ ਸਕਣ, ਤਾਂ ਕਿ ਅਸੀਂ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦਾ ਪੂਰਨ ਸਤਿਕਾਰ ਕਰ ਸਕੀਏ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਖੁਸ਼ੀਆਂ ਆ ਉਹ ਪ੍ਰਾਪਤ ਕਰ ਸਕੀਏ। 1 ਮਿੰਟ ਵਾਸਤੇ ਸਿਮਰਨ ਕਰਦੇ ਹਾਂ। ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ,
ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।